ਵਾਹਿਗੁਰੂ ਸਾਹਿਬ ਜੀਓ। ਅਮੇਂ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਗਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰੈ ਹੋਵੈ। ਗੁਰ ਨਵਨਿਧ ਦਰਿਆਓ ਜਨਮ ਹਮ ਕਾਲਖ ਧੋਵੈ। ਗੁਰ ਨਵਨਿਧ ਦਰਿਆਓ ਜਨਮ ਹਮ ਕਾਲਖ ਧੋਵੈ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਮਹਲਾ ਚੌਥਾ। ਅਸ਼ਟਪਦੀਆਂ ਘਰ ਦਸਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅੰਦਰ ਸੱਚਾ ਨੇ ਲਾਇਆ ਪ੍ਰੀਤਮ ਆਪਣੈ। ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਅੰਦਰ ਸੱਚਾ ਨੇ ਲਾਇਆ ਪ੍ਰੀਤਮ ਆਪਣੈ। ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਮੈਂ ਹਰ ਹਰ ਨਾਮ ਵਿਸਾਹ ਗੁਰਪੂਰੇ ਤੇ ਪਾਇਆ। ਅੰਮ੍ਰਿਤ ਅਗੰਮ ਅਥਾਹ ਰਹਾਉ। ਗੁਰ ਗਿਆਨ ਪਦਾਰਥ ਨਾਮ ਹੈ। ਹਰ ਨਾਮੋ ਦੇ ਦਿਰੜਾਏ। ਜਿਸ ਪ੍ਰਾਪਤ ਸੋ ਲਹੈ ਗੁਰ ਚਰਣੀ ਲਾਗੈ ਆਏ। ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੈ ਆਏ। ਤਿਸ ਦੇਵਾ ਮਨ ਆਪਣਾ ਨਿਵ ਨਿਵ ਲਾਗਾਂ ਪਾਏ। ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਨ। ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ। ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ। ਉਹ ਅਬਿਨਾਸ਼ੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਰਾਮ ਨਾਮ ਧਨ ਸੰਚਿਆ ਸਾਬਤ ਪੂੰਜੀ ਰਾਸ। ਨਾਨਕ ਦਰਗਹਿ ਮੰਨਿਆ ਗੁਰਪੂਰੇ ਸ਼ਾਬਾਸ। ਰਾਮ ਨਾਮ ਧਨ ਸੰਚਿਆ ਸਾਬਤ ਪੂੰਜੀ ਰਾਸ। ਨਾਨਕ ਦਰਗਹਿ ਮੰਨਿਆ ਗੁਰਪੂਰੇ ਸ਼ਾਬਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਸੰਧਿਆ ਸਮੇਂ ਅਸੀਂ ਸਤਸੰਗਤ ਮਾਣ ਰਹੇ ਹਾਂ। ਗੁਰਬਾਣੀ ਵਿਆਖਿਆ ਵਿੱਚ ਸੂਹੀ ਰਾਗ ਦੇ ਅਸ਼ਟਪਦੀਆਂ ਦੀ ਵਿਚਾਰ ਚੱਲਦੀ ਹੈ। ਗੁਰੂ ਰਾਮਦਾਸ ਪਾਤਸ਼ਾਹ ਦੁਆਰਾ ਉਚਰਿਤ ਕੀਤਾ ਹੋਇਆ ਇਹ ਪਾਵਨ ਸ਼ਬਦ ਆਪ ਜੀ ਨੇ ਸਰਵਨ ਕੀਤਾ ਹੈ। ਇਹਦੇ 9 ਬੰਦ ਵਿਚਾਰੇ ਗਏ ਨੇ। ਟੋਟਲ 14 ਪਦੇ ਨੇ। 10 ਨੰਬਰ ਬੰਦ ਤੋਂ ਵਿਚਾਰ ਅਸੀਂ ਅੱਜ ਅੱਗੇ ਤੋਰਾਂਗੇ। ਇੱਕ ਸਰਸਰੀ ਨਜ਼ਰ ਮੁੱਖ ਸੁਨੇਹੇ ਤੇ ਜੋ ਕਿ ਰਹਾਉ ਦਾ ਪਦਾ ਆ। ਗੁਰਦੇਵ ਜ਼ਿਕਰ ਕਰਦੇ ਮੈਂ ਹਰ ਹਰ ਨਾਮ ਵਿਸਾਹ ਗੁਰਪੂਰੇ ਤੇ ਪਾਇਆ। ਅੰਮ੍ਰਿਤ ਅਗਮ ਅਥਾਹ ਰਹਾਉ। ਵਿਸਾਹ ਬਾਤ ਹੋਈ ਸੀ ਕਿ ਇਹਦਾ ਮਾਇਨਾ ਪੂੰਜੀ ਵੀ ਹੈ, ਸਰਮਾਇਆ ਵੀ ਹੈ, ਜਿਹਨੂੰ ਅਸੀਂ ਕੈਪੀਟਲ ਕਹਿੰਦੇ ਹਾਂ, ਐਸਟਸ ਕਹਿ ਦਿੰਦੇ ਹਾਂ। ਪਰ ਐਕਚੁਅਲ ਲੈਵਲ 'ਤੇ ਇਹ ਹਿਊਮਨ ਮੋਰਾਲ ਅਤੇ ਹਿਊਮਨ ਜਿਹੜੀ ਸੈਲਫ ਕੌਨਫੀਡੈਂਸ ਦੀ ਗੱਲ ਹੋ ਰਹੀ ਹੈ। ਬੰਦਾ ਜਿੰਨੀ ਦੇਰ ਤੱਕ
ਆਪਣੇ ਅੰਦਰ ਤੋਂ ਸੋਲਿਡ ਨਹੀਂ ਹੈਗਾ, ਸਟਰੋਂਗ ਨਹੀਂ ਹੈਗਾ, ਸਟੇਬਲ ਨਹੀਂ ਹੈਗਾ, ਸਟੇਡੀ ਨਹੀਂ ਹੈਗਾ, ਬਾਹਰ ਦੀ ਦੁਨੀਆ ਭਾਵੇਂ ਤੁਸੀਂ ਉਹਨੂੰ ਜਿਵੇਂ ਦੀ ਮਰਜ਼ੀ ਬਣਾ ਕੇ ਦੇ ਦਿਓ, ਉਸ ਨੂੰ ਨਹੀਂ ਮਾਣ ਸਕੇਗਾ। ਤੇ ਜਿਹੜੇ ਲੋਕ ਅੰਦਰ ਦੀ ਉਸ ਸਟੇਬਿਲਿਟੀ ਨੂੰ ਮਾਣ ਰਹੇ ਨੇ, ਅੰਦਰ ਹੌਸਲਾ ਆ, ਅੰਦਰ ਵਿਸ਼ਵਾਸ ਆ, ਬਾਹਰ ਜਿੰਨੇ ਮਰਜ਼ੀ ਚੈਲੰਜ ਦੇ ਦਿਓ, ਦੇ ਕੈਨ ਕਮ ਆਊਟ ਆਫ ਆਲ ਚੈਲੰਜਸ। ਸੋ ਇਹਦੇ 'ਚ ਬਾਤ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਇਹ ਵਿਸਾਹ ਨਾਮ ਦੀ ਦਾਤ ਹੈ ਜਿਹੜੀ ਮੇਰੇ ਗੁਰੂ ਨੇ ਮੈਨੂੰ ਬਖਸ਼ੀ ਹੈ, ਕਿਉਂਕਿ ਨਾਲ ਹੀ ਇਹ ਗੁਰਪੂਰੇ ਤੇ ਪਾਇਆ। ਇਫ ਵੀ ਆਸਕ ਗੁਰੂ ਰਾਮਦਾਸ ਮਹਾਰਾਜ ਵੇਅਰ ਡਿਡ ਯੂ ਗੈਟ ਇਟ, ਦੈਨ ਮਹਾਰਾਜ ਇਜ਼ ਸੇਇੰਗ ਗੁਰਪੂਰੇ, ਗੁਰੂ ਇਜ਼ ਦਾ ਸੋਰਸ। ਉਹਨੇ ਮੈਨੂੰ ਇਹ ਚੀਜ਼ ਨਵਾਜੀ ਹੈ, ਦਿੱਤੀ ਹੈ, ਗੁਰਪੂਰੇ ਤੇ ਪਾਇਆ। ਤੇ ਫਿਰ ਇਹ ਵੀ ਹੈ ਅੰਮ੍ਰਿਤ ਅਗਮ ਅਥਾ, ਇਹ ਕੁਝ ਹੋਰ ਨਹੀਂ, ਇਹ ਹੈ ਆਤਮਿਕ ਜੀਵਨ ਦਾ ਰਸ, ਜਿਹਨੂੰ ਅਸੀਂ ਕਹਿੰਦੇ ਹਾਂ ਨੈਕਟਰ ਫॉर ਆਵਰ ਸੋਲ, ਜਿਹੜੀ ਸਾਡੀ ਆਤਮਾ ਦੀ ਖੁਰਾਕ ਦੇ ਰੂਪ ਦੇ ਵਿੱਚ ਆ। ਕੋਈ ਬੰਦਾ ਇਹ ਕਹੇ ਤੁਸੀਂ ਇਸ ਨੂੰ ਸਾਬਤ ਕਰ ਸਕਦੇ ਹੋ, ਤੁਸੀਂ ਇਸ ਨੂੰ ਪ੍ਰੂਵ ਕਰ ਸਕਦੇ ਹੋ? ਸਭ ਕਹਿੰਦੇ ਅਗਮ ਹੈ ਤੇ ਅਥਾਹ ਆ, ਨਾ ਐਵੈਲੂਏਟ ਹੋ ਪਾ ਰਿਹਾ ਇਹ ਰੂਪ, ਤੇ ਨਾ ਇਸ ਨੂੰ ਤੁਸੀਂ ਕਿਸੇ ਤਰੀਕੇ ਨਾਲ ਮੈਜਰ ਕਰ ਸਕਦੇ ਹੋ। ਇਹ ਮੁੱਖ ਸੁਨੇਹੇ ਦਾ ਬੰਦ ਹੈ ਜੋ ਅਸੀਂ ਅੱਜ ਪਤਾ ਵਿਚਾਰਨਾ ਆ। 10 ਨੰਬਰ ਉਹਦੇ ਤੋਂ ਵਿਚਾਰ ਅੱਗੇ ਕਰ ਰਹੇ ਹਾਂ। ਸਭ ਜ਼ਿਕਰ ਕਰਦੇ ਕਿ ਗੁਰ ਗਿਆਨ ਪਦਾਰਥ ਨਾਮ ਹੈ, ਹਰ ਨਾਮੋਂ ਦੇ ਦਿਰੜਾਏ। ਨਾਮ ਸ਼ਬਦ ਇੱਥੇ ਮੈਂ ਹਰ ਨਾਮ ਵਿਸਾਹ ਐਵੇਂ ਆਇਆ, ਨਾਮ acting as a adjective in a part of speech when we are reading this line. Actually yesterday we were reading this line, har naam ratan hai. Again naam is acting as a adjective for ratan, ਪਰ ਇਹ ਡਿਫਰੈਂਟ ਜਿਹੜਾ ਹੈਗਾ ਟਰਾਂਸਲੇਸ਼ਨ 'ਚ ਆ ਰਿਹਾ ਸੀਗਾ। ਹੁਣ ਆ ਰਿਹਾ ਗੁਰ ਗਿਆਨ ਪਦਾਰਥ ਨਾਮ ਹੈ। ਅਗੇਨ ਨਾਮ ਇਜ਼ ਐਕਟਿੰਗ ਐਜ਼ ਏ ਐਡਜੈਕਟਿਵ, ਪਰ ਹੁਣ ਗੁਰ ਗਿਆਨ ਉਹਦੀ ਰੂਪ ਵਿੱਚ ਆ ਰਿਹਾ ਹੈ, ਉਸ ਪਦਾਰਥ ਦੇ ਰੂਪ ਦੇ ਵਿੱਚ। ਹੁਣ ਦੇ ਮੀਨਿੰਗ ਸਮਝੋ ਕੀ ਨੇ। ਜਿੰਨਾ ਅਸੀਂ ਲੈਂਗੁਇਸਟਿਕ ਸਾਈਡਸ ਤੋਂ ਕੈਪੇਬਲ ਹੋਵਾਂਗੇ, ਭਾਸ਼ਾਈ ਪੱਖ ਤੋਂ ਸਾਡੀ ਜਿਹੜੀ ਸੈਲਫ ਕੌਨਫੀਡੈਂਸ ਦੀ ਲੈਵਲ ਆ, ਇਹ ਆਪਣੇ ਆਪ ਰਾਈਜ਼ ਕਰੇਗੀ, ਵਧੇਗੀ। ਮੈਂ ਤੁਹਾਨੂੰ ਸਿੰਪਲ ਦੇਣਾ ਬਾਤ। ਅਸੀਂ ਪ੍ਰਿਜ਼ਨਸ ਦੇ ਵਿੱਚ ਇਹ ਚੀਜ਼ ਦੇਖੀ ਹੈ, ਖਾਸ ਕਰਕੇ ਯੰਗ ਅਫੈਂਡਰਸ ਦੇ ਨਾਲ। ਜਿਹੜੇ ਬੱਚੇ ਕਿਡਸ who have some kind of speech issues, they are higher in numbers in the prison side, behind the actually bars, because they are not able to present themselves proper way. ਬਹੁਤ ਸਾਰੀਆਂ ਅਸੀਂ ਇਹਦੇ ਬਾਰੇ ਰਿਸਰਚ ਵੀ ਕੀਤੀਆਂ, ਬੱਚਿਆਂ ਨਾਲ ਬੈਠ ਕੇ ਉਹਨਾਂ ਨੂੰ ਜਿਹੜਾ ਹੈਗਾ ਬੈਕ ਐਂਡ ਫੋਰਥ ਗੱਲਾਂ ਕਰਦੇ ਹੋਇਆ। ਇੱਕ ਬੱਚੇ ਨਾਲ ਮੇਰੀ ਬੜੀ, ਅੱਜ ਕੱਲ੍ਹ ਬੱਚਾ ਬਾਹਰ ਆ, ਮਹਾਰਾਜ ਉਹਨੂੰ ਤੌਫੀਕੀਅਤ ਬਖਸ਼ੇ, ਬਹੁਤ ਪਿਆਰਾ, ਬੜੇ ਸਾਲ ਗਵਾਏ ਉਹਨੇ ਜੇਲ੍ਹ ਦੇ ਪਿੱਛੇ। ਜਸਟ ਇੰਨਾ ਕਹਿ ਲਓ ਕਿ ਉਹਦਾ ਜਿਹੜਾ ਲੈਵਲ 'ਤੇ ਉਹਦਾ ਕ੍ਰਾਈਮ ਜਿਹੜਾ ਬਣਦਾ ਸੀਗਾ, he was at a wrong place at a wrong time, that's it. He got actually caught over there, and afterward he spent years and years after actually behind the bars. That was बड़ा कई बारी दिल भी उस बाबत हुंदा, पर हाँ उन्हें फिर कोप किया, अंडरस्टैंड किया, एक्सैप्ट किया, प्रोग्राम किए सारे, फिर हौली हौली नाउ ही इज आउट। ਉਹਦੇ ਨਾਲ ਮੈਂ ਬੈਠਾ ਕਾਫੀ ਲੰਬਾ ਸਮਾਂ, ਮੇਰੀ ਬਾਤ ਰਹੀ, ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਕੁਛ ਹੈਲਪ ਕੀਤੀ ਜਾਏ। ਅਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੂੰ ਇੰਨਾ ਸਮਾਰਟ ਆ, ਇੰਨਾ ਵਧੀਆ ਇੰਟਲੈਕਚੁਅਲ, ਇਤਨਾ ਵਧੀਆ ਇੰਡੀਵਿਜੂਅਲ ਕਿ ਇਤਨਾ ਓਬੀਡੈਂਟ, ਮਤਲਬ ਮੈਂ ਲਿਟਰਲੀ ਤੌਰ 'ਤੇ ਇਤਨਾ ਓਬੀਡੈਂਟ ਸ਼ਾਇਦ ਕਿਤੇ ਬੱਚਾ ਨਹੀਂ ਦੇਖਿਆ ਹੋਣਾ। ਹੁਣ ਜਿਹੜੀ ਗੱਲ ਕਹਿਣੀ ਉਹਨੇ ਐਗਜ਼ੈਕਟਲੀ ਉਵੇਂ ਹੀ ਕਰਨੀ ਉਸ ਤਰੀਕੇ ਦੇ ਨਾਲ। ਹਾਊ ਡਿਡ ਯੂ ਐਂਡ ਅਪ ਹੇਅਰ ਇਨ ਐਕਚੁਅਲੀ ਪ੍ਰਿਜ਼ਨ? ਬੜੀ ਲੰਮੀ ਚੌੜੀ ਉਹਨੇ ਸਾਰੀ ਸਟੋਰੀ ਦੱਸੀ। ਉਹਨੂੰ ਸਭ ਕਰਦੇ ਸੀ ਬਿਲਕੁਲ ਉਹਦੇ ਰੂਟ ਕਾਜ਼ 'ਤੇ ਗਏ। ਰੂਟ ਕੀ ਬਣਦਾ ਹੈ ਉਹਦਾ,
ਜਦੋਂ ਬਹੁਤ ਪਿੱਛੇ ਜਾ ਕੇ ਦੇਖਦਾ ਆ, ਉਹ ਕਹਿੰਦਾ ਕਿ ਜਦੋਂ ਮੇਰਾ 9 ਗ੍ਰੇਡ ਸ਼ੁਰੂ ਹੁੰਦਾ ਹੈ ਅਤੇ 9 ਗ੍ਰੇਡ ਦੇ ਵਿੱਚ ਕਲਾਸ ਦੇ ਵਿੱਚ ਇੱਕ ਦਿਨ ਕਿਸੇ ਨੇ ਮੇਰੇ ਨਾਲ ਮਿਸਬਿਹੇਵ ਕੀਤਾ, ਐਂਡ ਜਿਹੜਾ ਮਿਸਬਿਹੇਵ ਕੀਤਾ ਉਹਦੇ ਵਿੱਚ ਮੈਂ ਰਿਸਪੌਂਡ ਕੀਤਾ ਬੈਕ। ਜਦੋਂ ਰਿਸਪੌਂਡ ਬੈਕ ਕੀਤਾ ਅਤੇ ਮੇਰਾ ਰਿਸਪੌਂਡ ਜਿਹੜਾ ਸੀਗਾ ਥੋੜ੍ਹਾ ਜਿਹਾ ਅਗਰੈਸਿਵ ਸੀਗਾ, ਮਗਰ ਸਟਾਰਟਿੰਗ ਦੂਜੀ ਸਾਈਡ ਤੋਂ ਹੋਈ ਸੀ। ਟ੍ਰਿਗਰ ਉਹਨੇ ਕੀਤਾ ਐਂਡ ਆਈ ਐਕਚੁਅਲੀ ਪੁੱਟ ਮਾਈ ਸਾਈਡ ਲਿਟਲ ਬਿਟ ਔਨ ਹਾਰਸ਼ ਲੈਵਲ। ਕੰਪਲੇਨ ਹੋ ਗਈ, ਪ੍ਰਿੰਸੀਪਲ ਕੋਲ ਗਏ। ਜਦੋਂ ਪ੍ਰਿੰਸੀਪਲ ਕੋਲ ਗਏ ਅਤੇ ਉੱਥੇ ਜਾ ਕੇ ਉਹਨੇ ਆਪਣੀ ਸਾਈਡ ਐਡੇ ਸੋਹਣੇ ਢੰਗ ਨਾਲ ਪ੍ਰੈਜ਼ੈਂਟ ਕੀਤੀ ਕਿ ਪ੍ਰਿੰਸੀਪਲ ਨੇ ਆਲਰੇਡੀ ਆਪਣਾ ਮਾਈਂਡ ਡਿਸਾਈਡ ਕਰ ਲਿਆ, ਮਾਈਂਡ ਬਣਾ ਲਿਆ ਕਿ ਯੂ ਆਰ ਦਾ ਕਲਪ੍ਰਿਟ। ਕਹਿੰਦਾ ਆਈ ਨੋ ਐਵਰੀਥਿੰਗ ਐਂਡ ਈਵਨ some of my friends actually were totally aware about it, what had happened over there, but ਕਹਿੰਦਾ ਜਦੋਂ ਨੇ ਇਹ ਗੱਲ ਕਹਿਤੀ ਨਾ, ਮੈਂ ਬੋਦਰ ਹੀ ਨਹੀਂ ਕੀਤਾ ਵੀ ਮੈਂ ਦੁਬਾਰਾ ਇਸ ਸਾਰੇ ਨੂੰ ਡਿਫਰੈਂਟ ਵੇ ਨਾਲ ਪ੍ਰੈਜ਼ੈਂਟ ਕਰਾਂ ਤਾਂ ਕਿ ਮੇਰਾ ਕੇਸ ਵੀ ਦੇ ਸਕੇ। ਮੈਂ ਬਲਕਿ ਪ੍ਰਿੰਸੀਪਲ ਦੇ ਸਾਹਮਣੇ 2 ਵਾਰੀ F ਵਰਡ ਯੂਜ਼ ਕਰਕੇ ਅਤੇ ਇਹ ਕਹਿਤਾ ਕਿ ਤੁਸੀਂ ਸਾਰੇ ਦੇ ਸਾਰੇ ਬਾਇਸ ਹੋ, ਇਸ ਤਰ੍ਹਾਂ ਹੋ, ਇਸ ਤਰ੍ਹਾਂ ਹੋ, ਇਸ ਤਰ੍ਹਾਂ ਹੋ। ਬਾਹਰ ਆ ਗਿਆ। ਕਹਿੰਦਾ ਮੈਨੂੰ ਯਾਦ ਆ, that was the turning point when authorities actually have made their mind this is a bad apple, otherwise I wasn't, ਐਵੇਂ ਨਹੀਂ ਸੀ ਹੈਗਾ ਮੇਰੇ ਅੰਦਰ। ਹੁਣ ਉੱਥੇ ਬਾਤ ਕੀ ਹੋਈ, ਜਦੋਂ ਡੀਪ ਲੈਵਲ ਤੇ ਕਿਹਾ ਵੀ ਕਾਰਨ, ਤੇ ਬੱਚਾ ਕਹਿੰਦਾ ਓਨੈਸਟ ਲੈਵਲ ਤੇ ਉਹਨੇ ਸੋਚ ਕੇ ਕਹਿੰਦਾ ਵੀ ਅੱਜ ਵੀ ਉਸ ਸਿਚੁਏਸ਼ਨ 'ਚ ਪਾਓਗੇ ਨਾ ਮੈਨੂੰ, ਆਈ ਐਮ ਗੋਇੰਗ ਟੂ ਡੂ ਦ ਸੇਮ ਥਿੰਗ। ਕਾਰਨ ਕੀ ਹੈ? ਕਿਉਂਕਿ ਮੈਨੂੰ ਹਾਰਡ ਲੱਗਦਾ ਆ ਚੀਜ਼ ਨੂੰ ਦੱਸ ਸਕਣਾ, ਬਿਆਨ ਕਰਨਾ, ਦੁਬਾਰਾ ਫਿਰ ਉਸੇ ਚੀਜ਼ ਨੂੰ ਦੁਬਾਰਾ ਜਿਹੜਾ ਹੈਗਾ ਡਿਫਰੈਂਟ ਵੇ ਦੇ ਨਾਲ ਕਿਸੇ ਨੂੰ ਕਹਿ ਸਕਣਾ। ਇਹ ਲੈਂਗੁਇਸਟਿਕ ਐਬਿਲਿਟੀ ਹੈ ਜੀ। ਘਰਾਂ ਥਾਵਾਂ ਦੇ ਵਿੱਚ ਮੈਂ ਫਿਰ ਬੇਨਤੀ ਕਰਾਂਗਾ, ਨੋ ਵਨ ਇਜ਼ ਬ੍ਰੇਨ ਰੀਡਰ ਇਨ ਦਿਸ ਵਰਲਡ, ਨੋ ਵਨ। ਭਾਵੇਂ ਪੇਰੈਂਟਸ ਨੇ, ਭਾਵੇਂ ਮਾਪੇ ਨੇ, ਭਾਵੇਂ ਪਾਰਟਨਰ ਹੈ, ਭਾਵੇਂ ਬੱਚੇ ਨੇ, ਭਾਵੇਂ ਨੇਬਰ ਆ, ਭਾਵੇਂ ਕੋਵਰਕਰ ਆ, ਭਾਵੇਂ ਤੁਹਾਡਾ ਬੌਸ ਆ, ਕੋਈ ਵੀ ਆ, ਭਾਵੇਂ ਅਥਾਰਟੀਜ਼ ਨੇ। ਜੇ ਤੁਹਾਨੂੰ ਗੱਲ ਕਰਨੀ ਨਹੀਂ ਆਉਂਦੀ ਤੇ ਫਿਰ ਇਹ ਵੀ ਹੈ, ਆਪਣੇ ਆਪ ਨਾਲ ਵੀ ਗੱਲ ਕਰੋ। ਜੇ ਨਹੀਂ ਗੱਲ ਕਰੋਗੇ, ਫੀਲਿੰਗਸ ਨੂੰ ਐਡਰੈਸ ਨਹੀਂ ਕਰ ਸਕੋਗੇ। ਅਤੇ ਫੀਲਿੰਗਸ ਜਦੋਂ ਇਮੋਸ਼ਨਸ ਬਰਸਟ ਕਰਦੇ ਨੇ ਨਾ, ਜਦੋਂ ਉਸ ਲੈਵਲ 'ਤੇ ਉਹ ਆਪਣੇ ਆਪ ਵਿੱਚ ਆਉਂਦੇ ਨੇ ਵੇਵਸ ਦੀ ਤਰ੍ਹਾਂ, ਬੰਦਾ ਕਈ ਵਾਰੀ ਵਹਿ ਜਾਂਦਾ ਉਹਨਾਂ 'ਚ। ਇਸ ਲਈ ਗੱਲ ਕਰਨੀ, ਆਪਣੇ ਆਪ ਨਾਲ ਵੀ ਗੱਲ ਕਰਨੀ। ਗੁਰੂ ਸਾਹਿਬ ਨੇ ਸ਼ਬਦ ਗੁਰੂ ਦਿੱਤਾ। ਸ਼ਬਦ ਗੁਰੂ ਦਾ ਮਤਲਬ ਸਮਝੋ, ਆਪਣੇ ਆਪ ਨੂੰ ਇਸ ਤਰੀਕੇ ਨਾਲ, ਇਹ ਟੂਲਸ ਐਂਡ ਟਾਈਜ਼ ਨੇ ਸਾਡੇ ਵਾਸਤੇ। ਇਹ ਸਾਡੇ ਵਾਸਤੇ ਇਹ ਸਾਰਾ ਸਮਾਨ ਆ, ਸ਼ਬਦ, ਅਲਫਾਜ਼, ਹਰਫ, ਲਫ਼ਜ਼, ਅੱਖਰ, ਜਿਨ੍ਹਾਂ ਦੇ ਨਾਲ ਤੁਸੀਂ ਆਪਣੀ ਐਸੋਸੀਏਸ਼ਨ ਬਣਾਉਂਦੇ ਹੋ, ਸਾਂਝ ਬਣਾਉਂਦੇ ਹੋ, ਅਤੇ ਹੌਲੀ ਹੌਲੀ ਇਹ ਤੁਹਾਡੇ ਜੀਵਨ ਨੂੰ ਸੁਖਾਲਾ, ਵਧੀਆ, ਚੰਗੇਰਾ ਅਤੇ ਅਲਟੀਮੇਟਲੀ ਆਸਾਨ ਕਰਦੇ ਨੇ। ਇੱਥੇ ਗੁਰੂ ਬਾਬਾ ਜਿਹੜੀ ਬਾਤ ਕਰਦੇ ਨੇ, ਨਾਮ ਦੀ ਗੱਲ ਮੈਂ ਕਰ ਰਿਹਾ ਸੀਗਾ। ਨਾਮ ਨਾਊਨ ਦੇ ਤੌਰ 'ਤੇ ਵੀ ਐਕਟ ਕਰਦਾ ਹੈ, ਪ੍ਰੋਨਾਊਨ ਦੇ ਤੌਰ 'ਤੇ ਵੀ ਐਕਟ ਕਰਦਾ ਹੈ, ਐਡਜੈਕਟਿਵ ਦੇ ਤੌਰ 'ਤੇ ਵੀ ਐਕਟ ਕਰਦਾ ਆ। ਜਦੋਂ ਤੁਸੀਂ ਉਸ ਕੌਨਟੈਕਸਟ ਵਿੱਚ ਜਾਂਦੇ ਹੋ, ਫਿਰ ਤੁਹਾਨੂੰ ਪਤਾ ਲੱਗਦਾ ਨਾਮ ਕੀ ਹੈਗਾ। ਇੱਕ ਅਸੀਂ ਸੁਪਰਫਿਸ਼ਲ ਅੰਡਰਸਟੈਂਡਿੰਗ ਲੈ ਕੇ ਉਹਨੂੰ ਪਕੜ ਲਈਏ, ਕਈ ਵਾਰੀ ਅਸੀਂ ਪਕੜ ਨਹੀਂ ਪਾਉਂਦੇ ਉਸ ਚੀਜ਼ ਨੂੰ। ਇੱਥੇ ਗੁਰੂ ਸਾਹਿਬ ਨੇ ਇਸ ਲਾਈਨ ਵਿੱਚ ਇੱਕ ਬਿਆਨ ਕੀਤਾ, ਗੁਰ ਗਿਆਨ ਪਦਾਰਥ ਨਾਮ ਹੈ। ਮੇਰੇ ਲਈ ਨਾਮ ਕੀ ਹੈ? ਨਾਮ ਮੇਰੇ ਲਈ ਅੱਜ ਗੁਰ ਗਿਆਨ ਪਦਾਰਥ ਹੈ। ਤੁਸੀਂ ਕਦੇ ਦੇਖਿਆ ਹੋਏਗਾ, ਕੁਝ ਆਰਗੇਨਾਈਜੇਸ਼ਨਸ ਜਿਹੜੀਆਂ ਹਿਊਮਨਸ ਵਾਸਤੇ ਵੈਲਬੀਇੰਗ 'ਤੇ ਕੰਮ ਕਰਦੀਆਂ ਨੇ, ਐਵਰੀ ਡੇ ਦੇ ਹੈਵ ਸਮ ਕਾਈਂਡ ਆਫ ਸਲੋਗਨ, ਸਮ ਕਾਈਂਡ ਆਫ ਕੁਝ ਈਡੀਅਮ, ਕੁਝ ਵਰਡ ਹਰ ਰੋਜ਼ ਕੁਝ ਨਾ ਕੁਝ ਪਲੇ ਕਰਦੇ ਨੇ। ਅੱਜ ਸਾਡਾ ਮੰਤਰਾ ਕੀ, ਅੱਜ ਸਾਡਾ ਐਕਚੁਅਲੀ ਜਿਹੜਾ ਹੈਗਾ ਸਲੋਗਨ ਕੀ, ਅੱਜ ਮੋਟੋ ਕੀ ਹੈ ਸਾਡਾ, ਅੱਜ ਸਾਡਾ ਇੱਕ ਚੀਜ਼ ਦੇ ਨਾਲ ਉਹਨਾਂ ਨੇ ਜਾਣਾ ਹੁੰਦਾ ਆ। ਅਤੇ ਇਹਦੇ ਵਿੱਚ ਜਿਵੇਂ ਨਾਮ ਆ, ਇਹ ਡਿਫਰੈਂਟ ਲੈਵਲ 'ਤੇ ਤੁਹਾਡੇ ਨਾਲ ਤੁਸੀਂ ਉਹਦੇ ਨਾਲ ਅੰਗੇਜ ਹੁੰਦੇ ਹੋ। ਕਿਤੇ ਨਾਮ, ਇੱਥੇ ਗੁਰੂ ਸਾਹਿਬ ਕਹਿੰਦੇ ਨੇ ਗੁਰ ਗਿਆਨ ਪਦਾਰਥ, ਗੁਰੂ ਕੇ ਗਿਆਨ ਦਾ ਪਦਾਰਥ ਨਾਮ ਹੈ ਮੇਰੇ ਵਾਸਤੇ। ਹੁਣ ਗੁਰੂ ਕੇ ਗਿਆਨ ਦਾ ਪਦਾਰਥ, ਜਿਵੇਂ ਬਾਣੀ ਪੜ੍ਹਨੀ ਹੈ, ਇਹਦੇ ਕਈ ਡਿਫਰੈਂਟ ਲੈਵਲ ਹੋ ਸਕਦੇ ਨੇ। ਕਦੀ ਬੰਦਾ ਬਾਣੀ ਪੜ੍ਹੇ ਸਿਰਫ ਬਾਣੀ ਪੜ੍ਹਨ ਕਰਕੇ, I don't have to do anything today, so let's read Bani.
That's also okay. That's good. Sometime we listen Bani, we commit in any program or actually participate in any kind of religious event, and that time we are sitting in congregation and we are just listening Bani. ਕਿਤੇ ਕਿਤੇ ਬੰਦਾ ਸੋਚੇ ਓਕੇ ਅੱਜ ਮੇਰੇ ਕੋਲ ਟਾਈਮ ਹੈ ਥੋੜਾ ਐਂਡ ਆਈ ਰੀਅਲੀ ਵਾਂਟ ਟੂ ਰੀਡ ਬਾਣੀ ਬਟ ਨੋਟ ਜਸਟ ਫॉर ਰੀਡਿੰਗ ਆਈ ਰੀਅਲੀ ਵਾਂਟ ਟੂ ਨੋ ਵਟ ਬਾਣੀ ਇਜ਼ ਟੈਲਿੰਗ ਮੀ ਇੱਥੇ ਤੁਸੀਂ ਹੁਣ ਉਹਨੂੰ ਨੌਲੇਜ ਅਕਵਾਇਰ ਕਰ ਰਹੇ ਹੋ ਹੁਣ ਗਿਆਨ ਲੈ ਰਹੇ ਹੋ ਤੁਸੀਂ ਇਹ ਨਾਮ ਹੈ ਇੱਥੇ ਇਹ ਬੜਾ ਜ਼ਰੂਰੀ ਹੁੰਦਾ ਆ ਜਿਵੇਂ ਸਪੋਜ਼ ਮੈਨੂੰ ਹੋਰ ਸਿੰਪਲ ਕਰ ਦੇਣਾ ਘਰ ਦੇ ਵਿੱਚ ਕਈ ਵਾਰੀ ਮੰਮੀ ਡੈਡੀ ਕੋਲ ਗੱਲ ਕਰਦੇ ਨੇ ਬੱਚਾ ਕੋਲ ਗੱਲ ਕਰਦਾ ਆ ਤੁਸੀਂ ਜਸਟ ਲਿਸਨ ਕਰਦੇ ਹੋ ਤੁਸੀਂ ਜਸਟ ਲਿਸਨ ਕਰਕੇ ਉਹਦੇ ਉੱਤੇ ਜਿੰਨਾ ਕੁ ਬਣਦਾ ਸਰਦਾ ਆ ਕਿਵੇਂ ਕਈ ਵਾਰ ਬੱਚਾ ਤੁਹਾਨੂੰ ਪੂਰੀ ਸਟੋਰੀ ਸੁਣਾ ਰਿਹਾ ਹੁੰਦਾ ਆ ਤੁਸੀਂ ਸਟੋਰੀ ਨਹੀਂ ਸੁਣਨਾ ਚਾਹੁੰਦੇ ਉਹਦੀ ਤੁਸੀਂ ਉਹਨੂੰ ਕਹਿੰਦੇ ਓਕੇ ਓਕੇ ਯੂ ਨੋ ਆਈ ਨੋ ਵਟ ਯੂ ਵਾਂਟ ਟੂ ਸੇ ਬਟ ਦਿਸ ਇਜ਼ ਅ ਟਾਈਮ ਲੈਟਸ ਐਕਚੁਅਲੀ ਪੇ ਅਟੈਂਸ਼ਨ ਟੂਵਰਡ ਯੂਰ ਹੋਮਵਰਕ why don't we eat first and afterward we talk about it ਮਤਲਬ ਤੁਸੀਂ ਉਹਨੂੰ ਸਿਰਫ ਉਸ ਵਕਤ ਵੀ ਤੁਸੀਂ ਬੋਲ ਲਿਆ ਠੀਕ ਹੈ ਮੈਂ ਸੁਣ ਉਸ ਤਰੀਕੇ ਨਾਲ ਪਰ ਮੈਂ ਪ੍ਰੋਸੈਸ ਨਹੀਂ ਕਰਨਾ ਚਾਹੁੰਦਾ ਨੋ 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 ਪਰ ਕਦੀ ਕਦਾਰ ਹੋਏ ਐਸਾ ਵੀ ਬੱਚਾ ਕੋਈ ਗੱਲ ਸੁਣਾਉਣ ਲੱਗਾ ਉਹਦੇ ਨਾਲ ਬੈਠੋ ਉਹਨੂੰ ਕਹੋ ਹਾਂ ਬੇਟਾ ਆਈ ਰੀਅਲੀ ਵਾਂਟ ਟੂ ਲਿਸਨ ਪਲੀਜ਼ ਟੈਲ ਮੀ ਵਟ ਹੈਪਨਡ ਐਟ ਯੂਰ ਸਕੂਲ ਉਹ ਫਿਰ ਸਟੋਰੀ ਸੁਣਾਉਂਦਾ ਸਾਰੀ ਫਿਰ ਤਾਂ ਤੁਸੀਂ ਡਿਗ ਡਾਊਨ ਕਰਦੇ ਉਹਦੇ ਵਿੱਚੋਂ ਕਿ ਅਲਟੀਮੇਟਲੀ ਉਹਦੇ 'ਚ ਤੁਸੀਂ ਉਹਦਾ ਵਿਜ਼ਨ ਲੱਭਦੇ ਹੋ ਉਹਦੀ ਕੋਈ ਨੀਡ ਹੈ ਉਹ ਲੱਭਦੇ ਹੋ ਇਹ ਸਾਰਾ ਇਹ ਨੌਲੇਜ ਅਕਵਾਇਰ ਹੋ ਰਹੀ ਹੈ ਸਾਰੇ ਸ਼ਬਦ ਵਿੱਚ ਵੀ ਇਸੇ ਤਰੀਕੇ ਨਾਲ ਹੈ ਤੇ ਸ਼ਬਦ ਪਤਾ ਸ਼ਬਦ ਦੇ ਵਿੱਚੋਂ ਤੇ ਤੁਸੀਂ ਲੱਭ ਰਹੇ ਹੋ ਐਕਚੁਅਲੀ ਤੁਸੀਂ ਸ਼ਬਦ ਵਿੱਚੋਂ ਨਹੀਂ ਲੱਭ ਰਹੇ ਤੁਸੀਂ ਆਪਣੇ ਜੀਵਨ ਵਿੱਚੋਂ ਲੱਭ ਰਹੇ ਹੋ ਸ਼ਬਦ ਦੀ ਹੈਲਪ ਦੇ ਨਾਲ ਕਿਉਂਕਿ ਤੁਹਾਡੇ ਅੰਦਰ ਹੀ ਉਹ ਚੀਜ਼ ਪਈ ਹੈ ਜਿਹਨੂੰ ਗੁਰੂ ਸਾਹਿਬ ਵਾਰ-ਵਾਰ ਬਿਆਨ ਕਰਦੇ ਨਾ ਕਿ ਸਤਿਗੁਰ ਸ਼ਬਦ ਉਜਾਰੋ ਦੀਪਾ ਹੁਣ ਦੀਵਾ ਬਲਦਾ ਆ ਬੰਦਾ ਕਹੇ ਓਏ ਤੂੰ ਆ ਸਮਾਨ ਕਿਉਂ ਨਹੀਂ ਕੱਢ ਕੇ ਲਿਆਉਂਦਾ ਕਮਰੇ ਦੇ ਵਿੱਚੋਂ ਕੈਨੇਡਾ 'ਚ ਤਾਂ ਖੈਰ ਅਸੀਂ ਇਸ ਚੀਜ਼ ਨੂੰ ਐਕਸਪੀਰੀਅੰਸ ਨਹੀਂ ਕਰਦੇ ਕਦੀ ਵੀ ਇੰਡੀਆ ਜਾਂ ਹੋਰ ਸਬ ਕੰਟੀਨੈਂਟ ਉਸ ਏਰੀਏ 'ਚ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਵੀ ਸਪੋਜ਼ ਕਰੋ ਰਾਤ ਦਾ ਟਾਈਮ ਹੈ ਬੱਤੀ ਹੈ ਨਹੀਂ ਗੀ ਮੀਨ ਇਲੈਕਟ੍ਰੀਸਿਟੀ ਜਿਹੜੀ ਹੈਗੀ ਉਹ ਚਲੀ ਗਈ ਹੈ ਤੇ ਬੰਦਾ ਕਿਸੇ ਨੂੰ ਕਹਿੰਦਾ ਉਹ ਅੰਦਰੋਂ ਆ ਚੀਜ਼ ਫੜ ਕੇ ਲਿਆਈ ਉਹ ਕਹਿ ਲੈ ਹਨੇਰੇ 'ਚ ਮੈਨੂੰ ਦੱਸਣ ਦਈਏ ਨਾ ਮੈਂ ਨਹੀਂ ਲਿਆ ਸਕਦਾ ਕਿਉਂਕਿ ਹਨੇਰਾ ਬਹੁਤ ਆ ਜਿਵੇਂ ਰੌਸ਼ਨੀ ਆਈ ਉਸੇ ਵਕਤ ਹਾਂ ਮੈਂ ਹੁਣੀ ਫੜ ਲਿਆ ਨਾ ਜਾ ਕੇ ਚੀਜ਼ ਤੇ ਉੱਥੇ ਪਈ ਹੈ ਪਰ ਉਸ ਚੀਜ਼ ਨੂੰ ਲੱਭਣ ਵਿੱਚ ਮਦਦ ਰੌਸ਼ਨੀ ਨੇ ਕਰਨੀ ਜੇ ਰੌਸ਼ਨੀ ਨਹੀਂ ਸ਼ਬਦ ਇਹ ਕਰਦਾ ਆ ਤੁਹਾਡੇ ਅੰਦਰ ਹੀ ਪਿਆ ਆ ਪੇਸ਼ੈਂਸ ਹੌਸਲਾ ਜਿਹਦੀ ਵਿਸਾਹ ਦੀ ਗੱਲ ਹੋ ਰਹੀ ਹੈ ਜਦੋਂ ਸਤਿਗੁਰ ਸ਼ਬਦ ਉਜਾਰੋ ਦੀਪਾ ਤੇ ਉਜਾਰੋ ਦੀਪਾ ਇਹ ਕਿਵੇਂ ਹੋਏਗਾ ਜੋ ਤੁਸੀਂ ਗਿਆਨ ਦੇ ਲੈਵਲ ਤੇ ਉਸ ਚੀਜ਼ ਨੂੰ ਆਪਣੇ ਅੰਦਰ ਲੈ ਕੇ ਜਾਓਗੇ ਉਹਦੇ ਨਾਲ ਆਪਣੀ ਅੰਦਰ ਦੀਆਂ ਜਿਹੜੀਆਂ ਤੁਹਾਡੀਆਂ ਸੋਚਾਂ ਨੇ ਫੀਲਿੰਗਸ ਨੇ ਉਹਨਾਂ ਨੂੰ ਐਸੋਸੀਏਟ ਕਰੋਗੇ ਫਿਰ ਨਾਮ ਆਪਣੀ ਕਲਾ ਵਰਤਾਏਗਾ ਆਹ ਗੱਲ ਹੈ ਗੁਰੂ ਰਾਮਦਾਸ ਸਾਹਿਬ ਕਹਿ ਰਹੇ ਨੇ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇ ਦ੍ਰਿੜਾਏ ਫਿਰ ਇਹ ਚੀਜ਼ ਹੌਲੀ ਹੌਲੀ ਨਾਮ ਦੇ ਜ਼ਰੀਏ ਦ੍ਰਿੜ ਵੀ ਹੋ ਜਾਂਦੀ ਹੈ ਦ੍ਰਿੜ ਹੋਣ ਦਾ ਮਾਇਨਾ ਮੈਂ 3 ਰੋਜ਼ ਪਹਿਲਾਂ ਹੀ ਕੁਝ ਬੜਾ ਫਿਲਾਸਫੀਕਲ ਸਾਈਡ ਤੋਂ ਕੁਝ ਚੀਜ਼ਾਂ ਸੁਣ ਰਿਹਾ ਸੀਗਾ ਉਹਨਾਂ ਨੂੰ ਗ੍ਰੈਬ ਕਰਨ ਦੀ ਟਰਾਈ ਕਰ ਰਿਹਾ ਸੀਗਾ ਉਹ 'ਚ ਇੱਕ ਸਵਾਲ ਸੀਗਾ ਵੀ ਦੇਰ ਇਜ਼ ਏ ਮਸ਼ੀਨ which can provide you lots of pleasure and you really want to actually experience that pleasure but at the same time if you own it you cannot go away from it you cannot off it you have to have all the time with you to feel that pleasure and that pleasure is going to actually make you slave of those kind of feelings so question is are you willing to own it or not ਹੁਣ ਆ ਜਿਹੜੀ ਚੀਜ਼ ਆ ਬੰਦਾ ਬੜਾ ਕਨਫਿਊਜ਼ ਹੋ ਜਾਏਗਾ ਵੀ ਹਾਂ ਪਲੇਜ਼ਰ ਵੀ ਹਾਈਐਸਟ ਪਲੇਜ਼ਰ ਹੈ ਪਰ ਇੱਕ ਵਾਰ ਅਸੀਂ ਓਨ ਕਰਤੀ ਤੁਸੀਂ ਨੂੰ ਆਫ ਨਹੀਂ ਕਰ ਸਕੋਗੇ ਹੁਣ ਕੀ ਕੀਤਾ ਜਾਏ ਤੇ ਮੈਂ ਕਿਸੇ ਨੂੰ ਸਵਾਲ ਹੀ ਪੁੱਛਿਆ ਉਸ ਤੋਂ ਬਾਅਦ ਹਾਲਾਂਕਿ ਬੜੀ ਉਹਦੀ ਅਗਲੀਆਂ ਕੋਈ ਡਾਇਮੈਂਸ਼ਨਸ ਹੈਗੀਆਂ ਤੇ ਉਹ ਸੱਜਣ ਮੈਨੂੰ ਕਾਫੀ ਦੇਰ ਸੋਚ ਕੇ ਕਹਿੰਦੇ ਯੂ ਨੋ ਗੱਲ ਬੜੀ ਵਧੀਆ ਹੈ ਬਟ ਆਮ ਥਿੰਕਿੰਗ ਜਿਸ ਪਲੇਜ਼ਰ ਤੋਂ ਮੈਂ ਆਪਣੇ ਆਪ ਨੂੰ
डिस्टेंस नहीं कर सकता, if I'm not able to off when I need, that pleasure is going to be punishment for me. So in that way I really don't want to do it. ਹੁਣ ਦੇਖਣਾ ਦੂਸਰੀ ਚੀਜ਼, ਇੱਕ ਹੈ ਹਰ ਲੈਵਲ ਤੇ ਪਲੇਜ਼ਰ ਨੂੰ ਮਾਨਣਾ। ਸਪੋਜ਼ ਗੁਰਦੁਆਰੇ ਆਉਣਾ ਇਹ ਵੀ ਇੱਕ ਪਲੇਜ਼ਰ ਹੈ, ਕੰਮ ਕਰਨਾ ਇਹ ਵੀ ਇੱਕ ਖੁਸ਼ੀ ਹੈ, ਪਰਿਵਾਰ ਪਾਲਣਾ ਇਹ ਵੀ ਇੱਕ ਖੁਸ਼ੀ ਹੈ। ਤੁਸੀਂ ਹੈਰਾਨ ਹੋਵੋਗੇ ਜਦੋਂ ਮੈਂ ਖਾਸ ਕਰਕੇ ਇਹਦੇ ਵਿੱਚ ਸੀਗਾ, ਨਿਊਰੋ ਸਾਇੰਸ ਦੀ ਸਟੱਡੀ ਵਿੱਚ ਸੀਗਾ ਆਪਣੀ ਕਾਉਂਸਲਿੰਗ ਸਾਈਟਸ ਤੋਂ, ਅਸੀਂ ਇਸ ਗੱਲ ਤੋਂ ਬੜੇ ਹੈਰਾਨ ਹੋਏ ਦੇਖ ਪੜ੍ਹ ਕੇ ਕਿ ਜਦੋਂ ਸਾਡੇ ਸਾਹਮਣੇ ਬਲੈਕ ਐਂਡ ਵਾਈਟ 'ਚ ਡਾਟਾ ਆਇਆ ਸਾਰਾ, ਕਿ ਜਿਹੜਾ ਰੋਣਾ ਆ ਇਹ ਵੀ ਬੰਦੇ ਨੂੰ ਪਲੇਜ਼ਰ ਦਿੰਦਾ ਆ, ਡੋਪਾਮਾਈਨ ਰਿਲੀਜ਼ ਹੁੰਦਾ ਰੋਣ ਦੇ ਨਾਲ। ਸੋ ਆਹ ਜਿਹੜੀ ਚੀਜ਼ ਆ ਐਕਚੁਅਲ ਲੈਵਲ ਤੇ ਹਰ ਚੀਜ਼ 'ਚ ਕੁਛ ਨਾ ਕੁਛ ਪਿਆ, ਕੁਦਰਤ ਨੇ ਪਾਇਆ ਆ। ਤੁਸੀਂ ਜੀਵਨ ਦੇ ਹਰ ਪਹਿਲੂ ਨੂੰ ਮਾਣ ਸਕੋ, ਇਹਦੇ ਲਈ ਤੁਹਾਨੂੰ ਜਿਹੜੀ ਸਭ ਤੋਂ ਵੱਡੀ ਚੀਜ਼ ਚਾਹੀਦੀ ਹੈ ਉਹ ਹੈਗੀ ਹੈ ਜਿਹਨੂੰ ਕਿਹਾ ਜਾਏ ਕਿ ਹਿਊਮਨ ਵਿਜ਼ਡਮ, ਤੁਹਾਡੇ ਅੰਦਰ ਦੀ ਪ੍ਰੋਪਰ ਹਿਊਮਨ ਸੈਂਸ, ਉਹ ਸਭ ਚੀਜ਼ਾਂ। ਤੇ ਇਹ ਸਭ ਚੀਜ਼ਾਂ ਤੁਸੀਂ ਅਕਵਾਇਰ ਕਰਦੇ ਹੋ ਹੌਸਲੇ ਦੇ ਨਾਲ, ਉਦਮ ਦੇ ਨਾਲ। ਗੁਰੂ ਸਾਹਿਬ ਉਹਦੀ ਗੱਲ ਕਰਦੇ ਇਹਦੇ ਵਿੱਚ, ਇਹ ਦ੍ਰਿੜ ਹੋ ਜਾਏ ਜਦੋਂ ਵੀ ਓਕੇ ਮੈਂ ਜਾਣਾ ਆ, ਮੈਂ ਜੀਵਨ ਦਾ ਹਰ ਪਹਿਲੂ, ਪਰ ਮੇਰੇ 'ਚ ਹੌਸਲਾ ਆ ਚੀਜ਼ਾਂ ਨੂੰ ਮਾਨਣ ਦਾ ਵੀ, ਚੀਜ਼ਾਂ ਤੋਂ ਦੂਰ ਲਿਜਾਣ ਦਾ ਵੀ। ਸਾਨੂੰ ਇਹ ਸਭ ਚੀਜ਼ਾਂ ਆਉਣੀਆਂ ਚਾਹੀਦੀਆਂ ਨੇ। ਸਿੱਖੀ 'ਚ ਇਹ ਸਿਖਾਇਆ, ਪਰਿਵਾਰ ਬਣਾਓ, ਪਾਲੋ, ਸੰਭਾਲੋ, ਜੋ ਆਲੇ ਦੁਆਲੇ ਵਾਪਰਦਾ ਆ ਉਹਨੂੰ ਵੀ ਫਿਰ ਉਸੇ ਲੈਵਲ ਤੇ ਉਸੇ ਹੌਸਲੇ ਦੇ ਨਾਲ ਬਰਦਾਸ਼ਤ ਕਰੋ। ਅਗਲਾ ਬਚਨ ਲਿਖਿਆ ਸਾਹਿਬ ਨੇ, ਜਿਸ ਪ੍ਰਾਪਤ ਸੋ ਲਾਹੈ ਗੁਰ ਚਰਨੀ ਲਾਗੈ ਆਏ। ਪਰ ਹਰ ਇੱਕ ਨੂੰ ਇਹ ਲੈਵਲ ਨਹੀਂ ਮਿਲਦਾ। ਜਿਸ ਪ੍ਰਾਪਤ, ਜਿਹਨੂੰ ਮਦਰ ਨੇਚਰ ਬਲੈਸ ਕਰਦੀ ਹੈ, ਇਹ ਨਵਾਜ਼ ਦਿੰਦੀ ਹੈ। ਤੇ ਕਹਿੰਦੇ ਗੁਰ ਚਰਨੀ ਲਾਗੈ ਆਏ, ਤੇ ਉਹਦੀ ਨਿਸ਼ਾਨੀ ਇਹ ਹੈ ਉਹ ਗੁਰੂ ਦੇ ਚਰਨ ਫੜ ਲੈਂਦਾ ਘੁੱਟ ਕੇ। ਮੀਨ ਅਜੇ ਹੁਣੀ ਮੈਂ ਬੱਚੇ ਨਾਲ ਗੱਲ ਕਰ ਰਿਹਾ ਸੀਗਾ ਸਪਿਰਿਚੁਅਲਿਟੀ ਬਾਰੇ, ਤੇ ਉਹ ਬੱਚਾ ਕਹਿ ਰਿਹਾ ਸੀਗਾ ਕਿ ਹਾਲਾਂਕਿ ਜ਼ਿੰਦਗੀ ਕਿਸੇ ਹੋਰ ਲੈਵਲ ਤੇ ਬਤੀਤ ਹੋਈ, ਟੋਟਲ ਹਾਊਸ এনवायरमेंट ਵਾਸ ਡਿਫਰੈਂਟ, her choices were different, everything was different, but now she's coming on a point where she really wants to engage herself towards spirituality. And she was asking me, even though I'm calling to you to help me in that, but my main question is why it's happening inside me. Nothing has changed, everything is happening as it is, same it had happened earlier and it's going on the same level, but now I have some kind of actually we can say curious level inside that I want to go in this field, in this area. Can you answer it? एक ही है, एक कुछ अंदरों कुछ है कनेक्शन ਜਿਹੜਾ ਲਫ਼ਜ਼ਾਂ 'ਚ ਬਿਆਨ ਨਹੀਂ ਹੋ ਸਕਦਾ। ਗੁਰੂ ਬਾਬਾ ਜੀ ਨੇ ਕਿਹਾ ਜਿਸ ਪ੍ਰਾਪ ਸੋ ਲਹੈ ਗੁਰ ਚਰਨੀ ਲਾਗੈ ਆਏ। ਫਿਰ ਕਿਹਾ ਅਕਥ ਕਹਾਣੀ ਪ੍ਰੇਮ ਕੀ। ਪ੍ਰੇਮ ਲਫ਼ਜ਼ ਬੜਾ ਪਿਆਰਾ ਆ, ਮਤਲਬ ਪਿਆਰਾ ਵੀ ਮੈਂ ਪ੍ਰੇਮ ਦਾ ਹੀ ਟਰਾਂਸਲੇਸ਼ਨ ਹੈਗੀ ਹੈ। ਇਟਸ ਗੁਰੂ ਗ੍ਰੰਥ ਸਾਹਿਬ ਜਾਂ ਅਸੀਂ ਸਿੱਖੀ ਸਕੂਲ ਆਫ ਥਾਟ ਨੂੰ ਪੜ੍ਹਦੇ ਹਾਂ ਤੇ ਸਾਨੂੰ ਬਿਆਨ ਕੀਤਾ ਜਾਂਦਾ ਹੈ ਕਿ ਸਾਚ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭਾਇਆ। ਪ੍ਰੇਮ ਤੇ ਪ੍ਰਭੂ ਇੱਕ ਰੂਪ ਹੈ। ਪਰ ਸਾਡੀ ਦੁਨੀਆ ਦੇ ਵਿੱਚ ਖਾਸ ਕਰਕੇ ਜਿਹੜਾ ਸਿਨੇਮਾ ਆ, ਸਿਨੇਮੇ ਨੇ ਪ੍ਰੇਮ ਦੇ ਸਾਰੇ ਰੂਪ ਵਟਾ ਕੇ ਇੱਕ ਬਣਾ ਦਿੱਤਾ ਆ। ਦੈਟਸ ਇਟ, ਨਥਿੰਗ ਐਲਸ। ਪਰ ਜੇ ਦੇਖਿਆ ਜਾਏ ਜਿਹੜੀ ਕਿਸੇ ਕਿਸਮ ਦੀ ਵੀ ਕਸ਼ਿਸ਼ ਆ, ਮਤਲਬ ਇੱਕ ਤੁਹਾਡੇ ਅੰਦਰ ਇੱਕ ਇੰਟਰੈਕਸ਼ਨ ਆਉਂਦੀ ਕਿਸੇ ਚੀਜ਼ ਬਾਰੇ, ਸਾਂਝ ਉਸ ਕਿਸਮ ਦੀ, ਤੇ ਉਹ ਉਸ ਫੀਲਿੰਗ ਨੂੰ, ਸਾਰੇ ਅਹਿਸਾਸ ਨੂੰ ਬੰਦਾ ਬਿਆਨ ਵੀ ਨਹੀਂ ਕਰ ਸਕਦਾ, ਅਕਥ ਆ। ਜਦੋਂ ਰੱਬ ਜੀ ਦੀ ਵੀ ਗੱਲ ਆਉਂਦੀ ਹੈ, ਗੁਰਬਾਣੀ ਕਹਿੰਦੀ ਹੈ ਤੁਹਾਡੇ ਅੰਦਰ ਇੱਕ ਲੈਵਲ ਆਉਂਦਾ ਆ, ਤੁਸੀਂ ਪੈਸ਼ਨੇਟ ਹੋ ਜਾਂਦੇ ਹੋ, ਲਿਵ ਲੱਗਦੀ ਤੁਹਾਡੀ ਉਸ ਪਾਸੇ। ਇਹ ਅਕਥ ਆ, ਇਹਨੂੰ ਸਿਰਫ ਲਫ਼ਜ਼ ਨਹੀਂ ਚੁੱਕ ਸਕਦੇ। ਇੱਥੇ ਗੁਰੂ ਸਾਹਿਬ ਨੇ ਕਿਹਾ ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖਿਆ ਆਏ। ਕੋ ਪ੍ਰੀਤ ਚ ਪਰਣਾਇਆ ਹੋਇਆ ਸਾਨੂੰ ਆ ਕੇ ਬਿਆਨ ਕਰਦੇ, ਸਾਨੂੰ ਆ ਕੇ ਦੱਸ ਦੇ। ਭਾਈ ਵੀਰ ਸਿੰਘ ਵਰਗੀ ਹਸਤੀ ਦੀ ਗੱਲ ਅਸੀਂ ਕਰਦੇ ਹਾਂ, ਮਤਲਬ ਬਹੁਤ ਸਾਰੇ ਐਸੇ ਜੀਵਨ ਯਾਪਨ ਨੇ ਜਿਹੜੇ ਉਹਨਾਂ ਦੇ ਨੇੜੇ ਸੰਪਰਕ 'ਚ ਆਏ, ਤੇ ਜਿਵੇਂ ਸੰਪਰਕ 'ਚ ਆਏ
ਜੀਵਨ ਹੀ ਬਦਲ ਗਿਆ ਪੂਰੇ ਦਾ ਪੂਰਾ। ਜੇ ਮੈਂ ਛੋਟੀ ਤੁਹਾਨੂੰ ਮਿਸਾਲ ਦੇਵਾਂ, ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਸਿੱਖੀ 'ਚ ਆਏ, ਭਾਈ ਵੀਰ ਸਿੰਘ ਜੀ ਦਾ ਪ੍ਰਭਾਵ ਪਿਆ, ਅਤੇ ਪ੍ਰਭਾਵ ਵੀ ਕੀ ਪਿਆ, ਕਿਸੇ ਨੇ ਕਿਹਾ ਮਿਲਾਓ ਭਾਈ ਵੀਰ ਸਿੰਘ ਜੀ ਦੇ ਨਾਲ ਇਹਨਾਂ ਨੂੰ, ਅਤੇ ਕਿਤੇ ਇਕੱਠੇ ਇੱਕੋ ਜਗ੍ਹਾ 'ਤੇ ਜਿਵੇਂ ਬੈਠੇ ਸੀਗੇ ਅੱਗੇ ਪਿੱਛੇ, ਅਤੇ ਭਾਈ ਸਾਹਿਬ ਜੀ ਨੇ ਉਹਦੇ ਕੇਸਾਂ 'ਚ ਐਵੇਂ ਹੱਥ ਪਾ, ਉਂਗਲਾਂ ਪਾ ਕੇ ਐਵੇਂ ਕੇਸ ਪਕੜ ਕੇ ਅਤੇ ਉਂਗਲਾਂ ਦੇ ਵਿੱਚ, ਅਤੇ ਕਿਆ ਹੋਏ ਕਿੰਨੇ ਕੋਮਲ ਕੇਸ ਨੇ ਤੇਰੇ, ਓਏ ਕੰਬਖਤ, ਇਹ ਲਫ਼ਜ਼ ਯੂਜ਼ ਕੀਤੇ ਕਹਿੰਦੇ ਨੇ ਜਿਵੇਂ ਕਿਸੇ ਨੂੰ ਗੁੱਸੇ ਨਾਲ ਕਹੀਦਾ, ਇਹਨਾਂ 'ਚ ਕੈਂਚੀ ਕਿਵੇਂ ਫੇਰਦਾ ਹੋਏਗਾ ਇੰਨੇ ਕੋਮਲ ਕੇਸਾਂ ਦੇ ਵਿੱਚ। ਐਕਚੁਅਲੀ ਇਹ ਗੱਲ ਟੋਟਲੀ ਉਹਨਾਂ ਦੀ ਲਾਈਫ ਨੂੰ ਜਿਹੜਾ ਚੇਂਜ ਕਰ ਗਈ। ਇੱਕੋ ਚੀਜ਼, ਪ੍ਰੀਤ ਇਹ ਹੁੰਦੀ ਹੈ, ਕਿਸੇ 'ਚ ਇਤਨਾ ਡੂੰਘਾ ਅਹਿਸਾਸ ਆ ਕਿ ਬੰਦੇ ਦੇ ਗੱਲ ਨੂੰ, ਦਿਲ ਨੂੰ ਛੂਹ ਗਈ ਗੱਲ ਜਾ ਕੇ। ਇੱਥੇ ਕਿਹਾ ਕਿ ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਅੱਖ ਹੈ ਆਏ, ਤਿਸ ਦੇਵਾ ਮਨ ਆਪਣਾ ਨਿਵ ਨਿਵ ਲਾਗਾ ਪਾਏ। ਤੇ ਇਹਦੇ ਚੋਂ ਫਿਰ ਇੱਕ ਬਿਲਕੁਲ ਜਿਹਨੂੰ ਕਿਹਾ ਜਾਏ ਕਿ ਬਾਉਂਡਲੈਸ, ਬਿਲਕੁਲ ਹਾਇਰ ਲੈਵਲ ਦੀ ਰਿਸਪੈਕਟ ਜਨਰੇਟ ਹੁੰਦੀ ਹੈ। ਮਾਫੀ ਮੰਗਾਂਗਾ, ਸਾਡੇ ਘਰ 'ਚ ਨਾ ਜਿਹੜੀਆਂ ਸਪਿਰਿਚੁਅਲ ਪਰਸਨੈਲਿਟੀਜ਼ ਸੀਗੀਆਂ, ਤੁਸੀਂ ਥੋੜ੍ਹਾ ਬਹੁਤਾ ਲਿਟਰੇਚਰ ਪੜ੍ਹੋ, ਬਾਬਾ ਨੋਜ ਸਿੰਘ ਪੜ੍ਹੋ, ਭਾਈ ਵੀਰ ਸਿੰਘ ਜੀ ਦਾ, ਜਾਂ ਹੋਰ ਬਹੁਤ ਸਾਰੇ ਤੁਸੀਂ ਵੱਖਰੇ ਵੱਖਰੇ ਰਾਈਟਰਸ ਨੂੰ ਪੜ੍ਹੋ। ਉਹਨਾਂ ਜਿਹੜੇ ਕੁਝ ਕਰੈਕਟਰਸ ਨੇ, ਉਹ ਕਰੈਕਟਰ ਸੁਸਾਇਟੀ 'ਚੋਂ ਸੀਗੇ, ਹੁਣ ਨਹੀਂ ਹੈਗੇ ਆਲੇ ਦੁਆਲੇ, ਉਹ ਹੁਣ ਹੈ ਹੀ ਨਹੀਂ ਹੈ। ਉਹ ਇੱਕ ਵੱਡਾ ਲੈਵਲ 'ਤੇ ਖਲਾ ਆ, ਵੈਕਿਊਮ ਆ। ਉਸ ਵੈਕਿਊਮ ਦੇ ਕਰਕੇ ਹੌਲੀ ਹੌਲੀ ਇਹ ਵੀ ਲੱਗਣ ਲੱਗ ਗਿਆ ਕਿ ਸਪਿਰਿਚੁਅਲਿਟੀ, ਇਹ ਸਾਰਾ ਕੁਝ ਦੈਟਸ ਜਸਟ ਲਿਪ ਸਰਵਿਸ, ਨਥਿੰਗ ਐਲਸ। ਮਹਾਰਾਜ ਨੇ ਬਿਆਨ ਕੀਤਾ ਨਾ, ਹਕੀਕਤ ਇਹ ਹੈ ਕਿਤੇ ਇਹੋ ਜਿਹੇ, ਕਿਤੇ ਸੱਜਣ ਇਹੋ ਜਿਹੀ ਕਿਤੇ ਸ਼ੈਡੋਇੰਗ ਹੋ ਜਾਏ, ਤੇ ਮੈਂ ਕਹਿੰਦਾ ਬਾਹਰ ਨਾ ਲੱਭੋ, ਨਾ ਨਾ ਨਾ, ਡੋਂਟ ਗੈਟ ਐਕਚੁਅਲੀ ਕਨਫਿਊਜ਼ ਵਿਦ ਦੈਟ। ਤੁਹਾਡੇ ਆਲੇ ਦੁਆਲੇ ਘਰਾਂ, ਥਾਵਾਂ, ਪਰਿਵਾਰਾਂ 'ਚ ਇਹੋ ਜਿਹੀਆਂ ਕੁਝ ਨਾ ਕੁਝ ਹਸਤੀਆਂ ਹੁੰਦੀਆਂ ਨੇ ਜਿਨ੍ਹਾਂ 'ਚ ਗੁਣ ਨੇ, ਜਿਨ੍ਹਾਂ 'ਚ ਕੁਛ ਸ਼ੁਭ ਨਿਕਤਾ ਆ। ਉਹਨਾਂ ਦੇ ਵਰਗੇ ਬਣਨ ਵਾਸਤੇ ਆਪਣੇ ਆਪ ਨੂੰ ਯਤਨ ਕਰੋ, ਉਹਨੂੰ ਰਿਸਪੈਕਟ ਪੇ ਕਰੋ, ਗੁਣਾਂ ਨੂੰ। ਜਦੋਂ ਤੁਸੀਂ ਗੁਣਾਂ ਨੂੰ ਰਿਸਪੈਕਟ ਪੇ ਕਰੋਗੇ, ਤੁਹਾਡੇ ਅੰਦਰ ਆਪਣੇ ਆਪ ਗੁਣਾਂ ਦੀ ਛਾਪ ਜਾਏਗੀ। ਅਗਲਾ ਬਚਨ ਲਿਖਿਆ ਮਹਾਰਾਜ ਨੇ, ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਨ। ਬਾਕੀ ਰੱਬ ਜੀ ਤੂੰ ਤੇ ਇੱਕੋ ਸੱਜਣ ਹੈ ਮੇਰਾ, ਤੇ ਕਰਤਾ ਕਰਨ ਕਰਾਉਣ ਵਾਲਾ ਸੁਜਾਨ ਹੈ, ਸਿਆਣਾ ਹੈ ਸਭ ਤੋਂ। ਸਤਿਗੁਰ ਮੀਤ ਮਿਲਾਇਆ, ਮੈਂ ਸਦਾ ਸਦਾ ਤੇਰਾ ਤਾਣ। ਇਹ ਦਾਤਾ ਸ਼ੁਕਰ ਹੈ ਤੂੰ ਸਤਿਗੁਰੂ ਦਾਤਾ ਮਿਲਾ ਦਿੱਤਾ। ਤੇ ਸ਼ਬਦ ਸੂਰਸ ਦੀ ਗੱਲ ਹੋ ਰਹੀ ਹੈ ਐਕਚੁਅਲ ਲੈਵਲ ਤੇ, ਜਿਹਦੇ ਸਦਕਾ ਮੈਨੂੰ ਤੇਰੀ ਸਮਝ ਆ ਰਹੀ ਹੈ। ਅਗਲਾ ਬਚਨ ਹੈ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਬਾਕੀ ਗੁਰੂ ਕੱਲ੍ਹ ਵੀ ਸੀ, ਅੱਜ ਵੀ ਆਉਂਦੇ, ਕੱਲ੍ਹ ਵੀ ਹੋਏਗਾ। ਗੁਰੂ ਨੇ ਸਰੀਰਾਂ ਨਾਲ ਨਾ ਜੋੜਿਆ, ਗੁਰੂ ਨੇ ਤੇ ਸ਼ਬਦ ਨਾਲ, ਉਪਦੇਸ਼ ਨਾਲ, ਇੱਕ ਇੰਸਟੀਟਿਊਸ਼ਨ ਨਾਲ ਜੋੜ ਦਿੱਤਾ। ਉਹ ਸਦਾ ਹੀ ਹੈ, ਉਹ ਮਰਦਾ ਜੰਮਦਾ ਨਹੀਂ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਤੇ ਗੁਰੂ ਤੱਤ ਸਾਰਿਆਂ 'ਚ ਵਸ ਰਿਹਾ ਹੈਗਾ। ਗੁਰਬਾਣੀ ਦੇ ਜ਼ਰੀਏ ਤੁਸੀਂ ਉਹਨੂੰ ਅਵੇਲ ਕਰ ਲਓ, ਤੁਸੀਂ ਉਹਨੂੰ ਇੱਕ ਵਾਰੀ ਸਾਂਝ ਪਾ ਲਓ, ਤੁਸੀਂ ਇੱਕ ਵਾਰੀ ਉਹਦੇ ਨਾਲ ਆਪਣੇ ਆਪ ਨੂੰ ਜੋੜ ਲਵੋ, ਫਿਰ ਉਹ ਗੁਰੂ ਤੱਤ ਵਿਵੇਕ ਬਣਦਾ ਹੈ, ਤੁਹਾਡੀ ਵਿਜ਼ਡਮ ਬਣਦਾ ਹੈ, ਤੁਹਾਡਾ ਐਸਕੌਟ ਕਰਨ ਵਾਲਾ ਉਹ ਰੂਪ ਬਣਦਾ ਹੈ। ਅਸਲ ਦੇ ਵਿੱਚ ਉਹਦੀ ਬਾਤ ਹੋ ਰਹੀ ਹੈ। ਰਾਮ ਨਾਮ ਤਨ ਸੰਚਿਆ ਸਾਬਤ ਪੂੰਜੀ ਰਾਸ। ਬਾਕੀ ਮੈਂ ਕਿਹਾ ਸੀ ਵਿਸਾਹ ਮੇਨ ਪੂੰਜੀ ਕਿਹਾ ਜਾਂਦਾ ਆ, ਸਾਬਤ ਪੂੰਜੀ ਬਿਲਕੁਲ ਜਿਹਦੇ 'ਚ ਕੋਈ ਨੁਕਸਾਨ ਨਹੀਂਗਾ। ਜਿਹੜੇ ਬੰਦੇ ਸੈਲਫ ਕੌਨਫੀਡੈਂਟ ਹੁੰਦੇ ਨੇ, ਇੱਕ ਆਖਰੀ ਬਚਨ ਕਹਿ ਕੇ ਸਮਾਪਤੀ ਕਰ ਦੇਣਾ ਕਹਾਣੀ ਨੂੰ, ਮੱਝ ਕੇ ਫਿਰ ਫਿਲੋਸਫੀਕਲ ਗੱਲ ਭਾਰੀ ਹੋ ਜਾਂਦੀ ਹੈ। ਆਪਣੀ ਛੱਡ ਕੇ ਤੇ ਪੜ੍ਹੀ ਸੁਣੀ ਹੋਏ, ਜਿਹੜਾ ਹੈਗਾ ਮਿਡਲ ਈਸਟ ਲਿਟਰੇਚਰ 'ਚ ਬਾਤ ਆਉਂਦੀ ਹੈ ਕਿ ਇੱਕ ਬੰਦਾ ਹੀਰਿਆਂ ਦਾ ਵਪਾਰੀ ਹੈ ਅਤੇ ਇੱਕ ਬੇੜੇ 'ਤੇ ਸਫ਼ਰ ਕਰ ਰਿਹਾ, ਅਤੇ ਸਫ਼ਰ ਕਰ ਰਿਹਾ। ਅਤੇ ਅੱਜ ਦੇ ਪ੍ਰਸਪੈਕਟਿਵ ਵਿੱਚ ਜੇ ਸਮਝਾਵਾਂ, ਅਤੇ ਉਹ ਜਿਹੜਾ ਉਹਦਾ ਸ਼ਿਪ ਦਾ ਕੈਬਿਨ ਹੈ ਉਹਦੇ 'ਚ ਬੈਠਾ ਹੈ, ਅਤੇ ਉਹ ਆਪਣੇ ਹੀਰੇ ਗਿਣ ਰਿਹਾ ਬੈਠਾ ਹੋਇਆ, ਕਿਉਂਕਿ ਉਹ ਇੱਕ ਜਗ੍ਹਾ ਤੋਂ ਥੋਕ 'ਚ ਖਰੀਦਦਾ, ਇਕੱਠੇ ਖਰੀਦਦਾ ਆ ਬਲਕ ਵਿੱਚ, ਅਤੇ ਫਿਰ ਉਹਨਾਂ ਨੂੰ ਰੀਟੇਲ ਵਿੱਚ ਵੇਚਦਾ ਆ। ਇਹੀ ਉਹਦਾ ਮੇਨ ਬਿਜ਼ਨਸ ਆ। ਅਤੇ ਸਾਰੇ ਹੀਰੇ ਗਿਣਦਾ, ਅਤੇ ਹੀਰੇ ਗਿਣ ਕੇ ਆਪਣੀ ਪੋਟਲੀ ਬੰਨ੍ਹ ਕੇ ਰੱਖਦਾ। ਬਾਏ ਚਾਂਸ ਜਦੋਂ ਸਾਰਾ ਕੁਝ ਕਰ ਰਿਹਾ, ਉਹਦੇ ਜਿਹੜੇ ਸ਼ਿਪ ਦੇ ਕੈਬਿਨ 'ਚ ਬੈਠਾ, ਉਹਦੀ ਛੋਟੀ ਜਿਹੀ ਇੱਕ ਵਿੰਡੋ ਹੈ, ਤਾਂ ਉਹ ਖੁੱਲ੍ਹੀ ਰਹਿ ਗਈ ਹੈ। ਜਿਹੜਾ ਨਾਲ ਵਾਲਾ ਉਹਦਾ ਰੂਮ ਦੇ ਵਿੱਚ ਉਹਦਾ ਨੇਬਰ ਆ, ਉਹਨੇ ਉਹ ਸਾਰਾ ਦੇਖ ਲਿਆ, ਅਤੇ ਉਹਨੇ ਕਿਹਾ ਵੀ ਵਾਓ, ਇੰਨੇ ਹੀਰੇ, ਇੰਨੇ ਕੀਮਤੀ, ਅਤੇ ਬੜੀ ਵਧੀਆ ਚੀਜ਼ ਆ, ਜੇ ਮਿਲ ਜੇ ਮੈਂ ਤਾਂ ਬਹੁਤ ਅਮੀਰ ਹੋ ਜਾਵਾਂਗਾ। ਪਰ ਕੀਤਾ ਕਿਵੇਂ ਜਾਏ, ਇਹਨੇ ਤਾਂ ਮੈਨੂੰ ਦੇਣੇ ਨਹੀਂ ਹੈਗੇ, ਜੇ ਚੋਰੀ ਕਰਾਂਗਾ ਰੌਲਾ ਪਾਏਗਾ। ਅਲਟੀਮੇਟਲੀ ਉਹਨੇ ਇੱਕ ਸਕੀਮ ਬਣਾਈ। ਉਹ ਸ਼ਿਪ ਦੇ ਕੈਪਟਨ ਕੋਲ ਚਲਾ ਗਿਆ, ਤੁਹਾਨੂੰ ਜਾ ਕੇ ਰੋ ਰੋ ਕੇ ਕਹਿੰਦਾ ਮੇਰੇ ਕੋਲ ਇਹੋ ਜਿਹੇ ਹੀਰੇ ਸੀਗੇ, ਇਸ ਥੈਲੀ 'ਚ ਪਏ ਸੀ, ਇੰਨੇ ਸੀ, ਕਿਉਂਕਿ ਉਹਨੇ ਗਿਣਤੀ ਦੇਖ ਲਈ ਸਾਰੀ।
तो वो किसी ने चोरी कर ले। कैप्टन को बड़ा गुस्सा आया, वो कहता हद हो गई, चोरी कर ले, बिना शक जो मर्जी हो जाए मैं तेरे हीरे लभ के देवां। उन्हें अनाउंसमेंट करती भी यहो ਜਿਹੇ हीरे गायब होए ने, जिन्हें भी लए ने पहले आओ माफ़ करता जाएगा। जो अनाउंसमेंट सुनी उन्हें कहा तो मेरे को हीरे सारे यहो जी थैली सारा, ये तो कोई मेरे दा लगान लगा है। खैर और 2-4 अनाउंसमेंट सुनिया। मुक्तसर में बात करा, कहानी बड़ी लंबी चौड़ी है। तो कोई जड़ा है उन्हें कितने हीरे पकड़ाने से, कदे चोर बनना से उन्हें। अखीर उन्हें कहा ठीक है कम करो, सारिਆਂ ਦੀ जामे तलाशी लवो, सारिਆਂ ਦੇ कैबिनस ਜਿਹੜੇ ਨੇ ਉਹਨਾਂ ਨੂੰ फॉलो जाके ਜਦੋਂ ਸਾਰੀ ਉਹਨਾਂ ਨੇ ਤਲਾਸ਼ੀ ਲਈ, ਸਾਰਾ ਕੁਛ ਹੀਰੇ ਨਹੀਂ ਲੱਭੇ। ਉਹਦਾ ਜਿਹੜਾ ਕੈਬਿਨ ਸੀਗਾ ਜਿੱਥੇ ਰੱਖੇ ਸੀਗੇ, ਉਹਨੇ ਆਪ ਉਹ ਕਰੂ ਦੇ ਮੈਂਬਰਸ ਦੇ ਨਾਲ ਆਪ ਫੋਲਿਆ ਆ ਕੇ ਵੀ ਮੈਂ ਇੱਥੋਂ ਤੇ ਲੱਭ ਹੀ ਲਵਾਂਗਾ, ਨਹੀਂ ਲੱਭੇ ਬਿਲਕੁਲ। ਅਖੀਰ ਉਹ ਕਹਿੰਦਾ ਵੀ ਨਹੀਂ, ਵੀ ਕੈਪਟਨ ਕਹਿੰਦਾ ਨੋ ਨੋ ਨੋ, ਇਹ ਹੀਰੇ ਮੇਰੇ ਸ਼ਿਪ ਤੇ ਨਹੀਂ ਹੈਗੇ, ਹੁੰਦੇ ਲੱਭ ਜਾਣੇ ਸੀਗੇ। ਖੈਰ ਉਹ ਰੋ ਰਵਾ ਕੇ ਕੈਪਟਨ ਤੋਂ ਵਾਪਸ ਆ ਰਿਹਾ। ਜਦੋਂ ਵਾਪਸ ਆ ਰਿਹਾ ਤਾਂ ਜਿਹੜਾ ਸ਼ਖਸ ਜਿਹਦੇ ਕੋਲੋਂ ਹੀਰੇ ਸੀਗੇ, ਜਿਹਦੇ ਕੋਲੋਂ ਖੋਣਾ ਚਾਹ ਰਿਹਾ ਸੀਗਾ, ਉਹ ਸ਼ਿਪ ਦੀ ਜਿਹੜੀ ਸਪੋਜ਼ ਕਹਿ ਲਓ ਕਿਚਨ ਆ ਜਾਂ ਉਹਦੇ ਜਿਹੜਾ ਮੈਸ ਏਰੀਆ ਆ, ਉਹਦੇ ਵਿੱਚ ਬੈਠਾ ਉਹ ਸਿਪ ਕਰ ਰਿਹਾ ਆਪਣੀ ਕੌਫੀ ਚਾਹ ਕੁਛ ਵੀ। ਦੋਨਾਂ ਦੀਆਂ ਅੱਖਾਂ ਮਿਲਦੀਆਂ ਨੇ ਤੇ ਉਹ ਸਮਾਈਲ ਕਰਦਾ, ਜਿਹੜਾ ਅਸਲ ਹੀਰਿਆਂ ਦਾ ਵਪਾਰੀ ਹੁੰਦਾ। ਤੇ ਉਹ ਖੈਰ ਉਹਦੀ ਸਮਾਈਲ ਦੇਖ ਕੇ ਬੜਾ ਤੰਗ ਹੁੰਦਾ ਤੇ ਨੇੜੇ ਆ ਕੇ ਕਹਿੰਦਾ ਹੁਣ ਤੂੰ ਗੱਲ ਤੇ ਸਾਰੀ ਸਮਝ ਗਿਆ, ਮੈਂ ਤੇਰੇ ਨਾਲ ਗੱਲ ਸਿੱਧੀ ਕਰ ਲੈਣਾ ਵੀ ਕਮਾਲ ਇਹ ਹੈ ਵੀ ਮੈਂ ਤੇ ਬੜਾ ਵੱਡਾ ਧੋਖੇਬਾਜ਼ ਆ, ਮੈਂ ਤੇ ਫਰੇਬੀ ਆ, ਮੈਂ ਬੜੀ ਟਰਾਈ ਕੀਤੀ ਹੀਰੇ ਲੈਣ ਦੀ, ਪਰ ਕਮਾਲ ਇਹ ਵੀ ਤੂੰ ਵੀ ਬਹੁਤ ਕਮਾਲ ਦੀ ਸ਼ੈ, ਲੁਕੋਏ ਕਿੱਥੇ ਨਹੀਂ। ਮੈਂ ਤੇ ਪੂਰਾ ਸ਼ਿਪ ਛਾਣ ਮਾਰਿਆ, ਤੇਰਾ ਇੱਕ ਇੱਕ ਸ਼ੈ ਛਾਣ ਮਾਰੀ, ਕਿੱਥੇ ਗਏ ਕਿੱਥੇ ਆਖਰਕਾਰ ਮੈਂ ਖੁਦ ਦੇਖੇ ਅੱਖਾਂ ਨਾਲ ਰੱਖ ਦਿਆ ਤੈਨੂੰ। ਕਹਿੰਦਾ ਸੱਜਣਾ ਉਧਰ ਤੂੰ ਅਨਾਊਂਸਮੈਂਟ ਕੀਤੀ, ਮੈਂ ਨਾਲ ਹੀ ਚੱਕ ਕੇ ਥੈਲੀ ਸਮੁੰਦਰ ਛੱਡਤੀ। ਉਹ ਕਹਿੰਦਾ ਓ ਹੋ ਮੂਰਖਾ ਕੀ ਕੀਤਾ ਹੀ, ਇੰਨੇ ਕੀਮਤੀ ਹੀਰੇ ਸਮੁੰਦਰੇ ਸੱਟ ਤੇ, ਕਹਿੰਦਾ ਉਦੋਂ ਹੀ ਸੱਟ ਤੇ। ਕਹਿੰਦਾ ਅੱਧੇ ਅੱਧੇ ਕਰ ਲੈਂਦੇ, ਉਹ ਘੱਟ ਤੋਂ ਘੱਟ ਤੇਰਾ ਵੀ ਨੁਕਸਾਨ ਨਾ ਹੁੰਦਾ, ਕੁਝ ਮੇਰਾ ਵੀ ਫਾਇਦਾ ਹੋ ਜਾਂਦਾ, ਕੁਝ ਕਰ ਲੈਂਦੇ। ਉਹ ਕਹਿੰਦਾ ਨਾ ਸੱਜਣਾ, ਹੀਰੇ ਕਿਤੇ ਨਹੀਂ ਗਏ, ਅਸਲ ਦੇ ਵਿੱਚ ਹੀਰੇ ਵਾਪਸ ਆ ਜਾਣੇ। ਕਿਵੇਂ? ਕਹਿੰਦਾ ਹੀਰੇ ਮੈਂ ਕਮਾਏ ਸਨ, ਮੈਂ ਹੋਰ ਕਮਾ ਲੈਣੇ, ਇਹੋ ਜਿਹੇ ਕਈ ਕਮਾਏ ਨੇ ਮੈਂ, ਪਰ ਸੱਜਣਾ ਤੂੰ ਡਿਜ਼ਰਵ ਨਹੀਂ ਕਰਦਾ, ਤੂੰ ਕਮਾ ਨਹੀਂ ਸਕਦਾ, ਤੂੰ ਕਮਾ ਨਹੀਂ ਸਕਦਾ, ਇਸ ਕਰਕੇ ਤੈਨੂੰ ਮਿਲ ਨਹੀਂ ਸਕਦੇ। ਕੁਛ ਵੀ ਨਹੀਂ ਲੌਸ ਹੁੰਦਾ। ਤੁਹਾਡੇ 'ਚ ਹੌਸਲਾ ਆ, ਤਾਕਤ ਆ, ਸਮਰੱਥਾ ਤਾਂ ਕੁਦਰਤ ਨੇ ਪਾਈ ਹੈ। ਇਹ ਸਾਰਾ ਕੁਝ ਜੋ ਕੁਛ ਅਸੀਂ ਦੇਖ ਰਹੇ ਹਾਂ ਨਾ, ਇਹ ਅਕਿਊਮੂਲੇਟ ਹੀ ਹੋਇਆ ਸਾਰਾ ਦਾ ਸਾਰਾ। ਮਹਾਰਾਜ ਬਿਆਨ ਕਰਦੇ, ਰਾਮ ਨਾਮ ਤਨ ਸੰਚਿਆ ਸਾਬਤ ਪੂੰਜੀ ਰਾਸ, ਬਿਲਕੁਲ ਸਾਬਤ ਪੂੰਜੀ ਰਾਸ ਕਮਾ ਸਕਦੇ ਹੋ ਤੁਹਾਡੇ 'ਚ ਹੌਸਲਾ ਹੈਗਾ। ਤੇ ਅੰਤਲਾ ਬਚਨ ਨਾਨਕ ਦਰਗਹਿ ਮੰਨਿਆ ਪੂਰੇ ਗੁਰਪੂਰੇ ਸ਼ਾਬਾਸ਼। ਫਿਰ ਇਹੋ ਜਿਹੀਆਂ ਰੂਹਾਂ ਨੂੰ ਦਰਗਾਹ ਵਿੱਚ ਵੀ ਮਾਨਤਾ ਆ, ਪੂਰਾ ਗੁਰੂ ਉਹਨਾਂ ਨੂੰ ਸ਼ਾਬਾਸ਼ ਕਹਿੰਦਾ ਆ, ਉਹਨਾਂ ਨੂੰ ਜੀ ਆਇਆਂ ਕਹਿੰਦਾ ਆ। ਭਾਵ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਜੀਵਨ ਜਿਉਣ ਦੀ ਜਾਚ ਆਉਂਦੀ ਹੈ ਤੇ ਵਿਦਾਇਗੀ ਉਹਨਾਂ ਦੀ ਜਿਹੜੀ ਧਰਤੀ ਤੋਂ ਸੁਰਖਰੂ ਹੋ ਕੇ ਹੁੰਦੀ ਹੈ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾ ਚਤਾ ਰਹੇ ਹੋ। ਸਭ ਪ੍ਰੇਮ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।